अमृत सारे गुर बाणी कहे सेवक जन मानै परतख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए राग आसा महला पहला शिकार शे गुर शे उपदेश गुर गुर एको वेश अनेक बाबा जय कर करते कीरत होए सो कर राख वडाई तोए रहाओ विसोए चसियां कड़ियां पहरां थिति वारी माहुआ सूरज एको रुत अनेक नानक करते केते वेश सूरज एको रुत अनेक नानक करते केते वेश। वाहिगुरु जी का खालसा वाहिगुरु जी की फतेह। राग आसा महला पहला छे घर छे गुर छे उपदेश गुर गुर एको वेश अनेक। ये पावन श्री मुखवाक जो सोहले बाणी का दूसरा शब्द है। मूल पाठ आप जी ने सरवण किया है। पावन शब्द की विचार भाई जसविंदर सिंह जी दर्दी आप जी नूं सरवण करवाउणगे। एक दिन का उन्हां दा समा है साडे पास।
ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੱਜ ਉਹ ਦਿਨ ਜਦੋਂ ਸਿੱਖ ਰਾਜ ਦੀਆਂ ਸ਼ਾਮਾਂ ਪਈਆਂ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕੀਤੇ ਸਨ। 40 ਸਾਲ ਉਹਨਾਂ ਨੇ ਰਾਜ ਕੀਤਾ ਔਰ ਐਸਾ ਰਾਜ ਪ੍ਰਬੰਧ ਨਾ ਧਰਤੀ ਤੇ ਪਹਿਲਾਂ ਕਦੇ ਹੋਇਆ, ਨਾ ਅੱਗੋਂ ਹੋ ਸਕਦਾ ਹੈ। ਨਹੀਂ ਤਾਂ ਉਹ ਮੁਸਲਮਾਨ ਜਿਹੜੇ ਸਿੱਖਾਂ ਦੇ ਗੁਰੂਆਂ ਨੂੰ ਸ਼ਹੀਦ ਕਰਦੇ ਰਹੇ, ਸਿੱਖਾਂ ਨਾਲ 100 ਸਾਲ ਲਗਾਤਾਰ ਲੜਦੇ ਰਹੇ, ਅੱਜ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਰੋਂਦੇ ਨੇ ਕਿ ਐਸਾ ਰਾਜਾ ਧਰਤੀ ਤੇ ਨਹੀਂ ਹੋ ਸਕਦਾ। ਐਸੀ ਨਿਆਂ ਪ੍ਰਣਾਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਸੀ। ਬੜੇ ਸਾਰੇ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੁੰਦੇ ਨੇ। ਅੰਗਰੇਜ਼ ਵੀ ਆ ਕੇ ਉਹਦੇ ਕੋਲ ਨੌਕਰੀ ਕਰਦੇ ਸਨ। ਏਡੇ ਵੱਡੇ ਰਾਜ ਦਾ ਮਾਲਕ ਸੀ ਉਹ। ਪਰ ਸਭ ਤੋਂ ਵੱਡੀ ਗੱਲ 7 ਸਾਲ ਦੀ ਉਮਰ ਸੀ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ, ਤੇ 17 ਸਾਲ ਦਾ ਸਾਡਾ ਬੱਚਾ +2 ਨਹੀਂ ਕਰਦਾ। ਉਹਨੇ 17 ਸਾਲ ਦੀ ਉਮਰ ਵਿੱਚ ਲਾਹੌਰ ਫਤਿਹ ਕੀਤਾ ਸੀ। ਸਾਡੇ ਕੋਲ ਸਮਾਂ ਹੀ ਨਹੀਂ ਹੈ। ਜਾਂ ਅਸੀਂ ਕਮਲੀਆਂ ਮਾਰਦੇ ਰਹਿੰਦੇ ਹਾਂ, ਜਾਂ ਫਿਰ ਦੇਹਧਾਰੀ ਬਾਬਿਆਂ ਮਗਰ ਤੁਰੇ ਫਿਰਦੇ ਹਾਂ। ਅਸੀਂ ਕਹਿੰਦੇ ਆਪਣੇ ਆਪ ਨੂੰ ਖਾਲਸਾ ਪੰਥ ਹਾਂ। ਖਾਲਸਾ ਪੰਥ ਜਿਨ੍ਹਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੀ। ਸੋ ਅੱਜ ਸ਼ਾਮਾਂ ਦਾ ਵਿਸ਼ੇਸ਼ ਸਮਾਗਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਹੋਵੇਗਾ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਬਾਣੀ ਦਾ ਨਾਂ ਸੋਹਿਲਾ ਹੈ। ਕੀਰਤਨ ਸੋਹਿਲਾ ਕਹਿਣਾ ਇਹ ਯੋਗ ਨਹੀਂ ਹੈ, ਕਿਉਂਕਿ ਜੋ ਨਾਮ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਦੋਂ ਇਸ ਬਾਣੀ ਨੂੰ ਦਰਜ ਕੀਤਾ ਗਿਆ, ਸਾਨੂੰ ਉਸੇ ਹੀ ਨਾਮ ਦੇ ਨਾਲ ਬੜੇ ਅਦਬ ਨਾਲ ਸੋਹਿਲਾ ਸਾਹਿਬ ਬਾਣੀ ਕਹਿ ਕੇ ਬੋਲਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਪਾਵ ਸੁਹਾਵੇ ਜਾਨਤੋ ਧਿਰ ਜੁਲ ਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਨਤੋ ਜਸ ਗਾਵੇ, ਜਿਉ ਪਿਆ ਤੋ ਸ਼ਰਨੀ।
ਤੈਂਡੇ ਬੰਦਸ਼ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਿਛਾਣਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸ਼ਹਿਨशाह ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੇ ਹੋ ਜੋ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀਆਂ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਰੱਬੀ ਬਾਣੀ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਅੱਜ ਜੋ ਮੁਬਾਰਕ ਸ਼ਬਦ ਜਿਸ ਦੀ ਵਿਚਾਰ ਅਸਾਂ ਰਲ ਮਿਲ ਕੇ ਕਰਨੀ ਹੈ, ਉਸ ਦਾ ਮੂਲ ਪਾਠ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਿਰ ਤੇ ਹੱਥ ਰੱਖ ਕੇ ਅੰਦਰ ਦਾ ਟਿਕਾਓ ਬਖਸ਼ਿਸ਼ ਕਰਕੇ ਆਪ ਪਾਵਨ ਬਾਣੀ ਦੀ ਵਿਚਾਰ ਕਰਵਾ ਲੈਣ। ਇੱਕ ਵਾਰੀ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਾਰੇ ਰਲ ਕੇ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰੀ ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਦਾ ਇਹ ਮੂਲ ਸ਼ਬਦ ਜੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇਹ ਮੁਬਾਰਕ ਬਾਣੀ ਸੋਹਲਾ ਸਾਹਿਬ ਦੀ ਬਾਣੀ ਹੈ, ਜਿਸ ਦਾ ਇਹ ਦੂਸਰਾ ਸ਼ਬਦ ਹੈ। ਆਸਾ ਰਾਗ ਅੰਦਰ ਹੈ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੋਹਲੇ ਤੋਂ ਭਾਵ ਕੀ ਹੈ? ਸੋਹਲੇ ਤੋਂ ਭਾਵ ਹੈ ਗੀਤ ਗਾਣੇ, ਖੁਸ਼ੀ ਦੇ ਗੀਤ। ਤੋ ਸਤਿਗੁਰੂ ਜੀ ਨੇ ਉਂਝ ਤਾਂ ਸਾਰੀ ਬਾਣੀ ਗੀਤਮਈ ਹੈ, ਸੰਗੀਤਮਈ ਹੈ। ਇਸ ਬਾਣੀ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਔਰ ਪਾਤਸ਼ਾਹ ਜੀ ਸਾਨੂੰ ਬਾਰ-ਬਾਰ ਪ੍ਰੇਰਣਾ ਕਰਦੇ ਨੇ, ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਨੂੰ ਗਾਇਣ ਦੀ ਹਦਾਇਤ ਹੈ, ਗਾਇਨ ਕਰਨਾ ਹੈ। ਤੋ ਇਹ ਜੋ ਸੋਹਲਾ ਖੁਸ਼ੀ ਦਾ ਗੀਤ, ਕਈਆਂ ਨੇ ਇਸ ਨੂੰ ਮੌਤ ਦੇ ਨਾਲ ਵੀ ਜੋੜਿਆ।
ਮੌਤ ਦੇ ਨਾਲ ਜੋੜ ਦਿੱਤਾ ਗਿਆ। ਪਰ ਮੈਂ ਇੱਕ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਵਿੱਚ ਸੁੱਖ ਤੇ ਦੁੱਖ ਇਹਨਾਂ ਨੂੰ ਬਰਾਬਰ ਕਰਕੇ ਮੰਨਿਆ ਗਿਆ। ਜੇ ਖੁਸ਼ੀ ਦੇ ਸਮੇਂ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਤੇ ਭਾਵੇਂ ਜਿੰਨਾ ਮਰਜ਼ੀ ਕੋਈ ਦੁੱਖ ਦਾ ਸਮਾਂ ਆ ਜਾਏ, ਉਸ ਵੇਲੇ ਵੀ ਆਨੰਦ ਸਾਹਿਬ ਹੀ ਪੜ੍ਹਿਆ ਜਾਂਦਾ ਹੈ, ਕਿਉਂਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਹਮੇਸ਼ਾ ਆਨੰਦ ਵਿੱਚ ਹੈ। ਮੌਤ ਦੇ ਸਮੇਂ ਇਹ ਕਿਉਂ ਬਾਣੀ ਪੜ੍ਹੀ ਜਾਂਦੀ ਹੈ? ਕਿਉਂਕਿ ਹਰਖ ਸੋਗ ਤੋਂ ਨਿਆਰਾ ਹੈ ਖਾਲਸਾ। ਔਰ ਜੇ ਅਜੇ ਮੌਤ ਦੁੱਖ ਹੈ ਤੇ ਸਮਝ ਲੈਣਾ ਕਿ ਜੀਵਨ ਦੀ ਸਫਲਤਾ ਨਹੀਂ ਮਿਲੀ। ਜੇ ਅਜੇ ਮੌਤ ਨੂੰ ਦੁੱਖ ਸਮਝਿਆ। ਕਬੀਰ ਸਾਹਿਬ ਜੀ ਦਾ ਪਾਵਨ ਬਚਨ ਅਸੀਂ ਪੜ੍ਹਦੇ ਹਾਂ, ਕਬੀਰ ਜਿਸ ਮਰਨੇ ਤੇ ਜਗ ਡਰੇ। ਬੰਦਾ ਮੌਤ ਤੋਂ ਬੜਾ ਹੀ ਡਰਦਾ ਹੈ, ਕਿਤੇ ਮੌਤ ਨਾ ਆ ਜਾਏ। ਕੋਈ ਕਿਸੇ ਦੀ ਗੋਲੀ ਤੋਂ ਨਹੀਂ ਡਰਦਾ, ਗੋਲੀ ਤੋਂ ਹੋਣ ਵਾਲੀ ਮੌਤ ਦਾ ਹੀ ਭੈ ਹੈ, ਕਿਤੇ ਮੌਤ ਨਾ ਆ ਜਾਏ। ਕੋਈ ਲਾਠੀ ਤੋਂ ਨਹੀਂ ਡਰਦਾ, ਡਰ ਹੈ ਮੌਤ ਦਾ, ਕਿਤੇ ਮੌਤ ਨਾ ਆ ਜਾਏ। ਮੌਤ ਤੋਂ ਇੰਨਾ ਦੂਰ ਭੱਜਦਾ ਕਿ ਕਬਰਸਤਾਨ ਵੀ ਦੂਰ ਬਣਾਉਂਦਾ ਹੈ, ਮੜੀਆਂ ਵੀ ਦੂਰ ਬਣਾਉਂਦਾ ਹੈ, ਕਿਉਂਕਿ ਜਦੋਂ ਵੇਖਦਾ ਨਾ ਤੇ ਫਿਰ ਮੌਤ ਯਾਦ ਆਉਂਦੀ ਹੈ। ਤੇ ਮੌਤ ਤੋਂ ਬੰਦਾ ਭੈ ਪੀਤ ਹੈ, ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਈ। ਪਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੇ। ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿੰਦੇ ਨੇ ਕਿ ਸਾਨੂੰ ਤੇ ਪੂਰਨ ਆਨੰਦ ਦੀ ਪ੍ਰਾਪਤੀ ਮਰਨ ਵਿੱਚ ਹੈ। ਉਸ ਮਾਲਕ ਦੇ ਨਾਲ ਸੰਬੰਧ ਹੀ ਤਾਂ ਜੁੜਦਾ ਹੈ ਜਿਸ ਨੂੰ ਮਰਨ ਦੀ ਜਾਚ ਆ ਗਈ। ਔਰ ਇਹ ਵੀ ਬੇਨਤੀ ਕਰਾਂ ਕਿ ਜਿਸ ਬੰਦੇ ਨੂੰ ਆਪਣਾ ਅੰਤ ਯਾਦ ਹੈ ਨਾ, ਉਹਨੂੰ ਬੇਅੰਤ ਵੀ ਚੇਤੇ ਰਹਿੰਦਾ ਜੇ। ਜਿਸ ਬੰਦੇ ਨੂੰ ਇੱਥੋਂ ਜਾਣਾ ਯਾਦ ਹੈ, ਉਹਨੂੰ ਰਹਿਣ ਦੀ ਵੀ ਅਕਲ ਆਉਂਦੀ ਹੈ ਸੰਸਾਰ ਵਿੱਚ। ਤੇ ਜਿਹਨੂੰ ਜਾਣਾ ਭੁੱਲ ਗਿਆ ਨਾ, ਉਹਨੂੰ ਰਹਿਣ ਦੀ ਵੀ ਜਾਚ ਨਹੀਂ ਜੇ ਆ ਸਕਦੀ। ਤਾਂ ਗੁਰੂ ਨਾਨਕ ਦੇ ਘਰ ਵਿੱਚ ਮੌਤ ਦਾ ਭੈ ਨਹੀਂ, ਭੈ ਖਤਮ ਕਰ ਦਿੱਤਾ। ਔਰ ਸਿੱਖ ਇੱਥੋਂ ਜਦੋਂ ਜਾਂਦਾ ਤੇ ਗੁਰੂ ਸਵਾਰਿਓ, ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਲਾਣਾ ਬੰਦਾ ਜਿਹੜਾ ਨਾ, ਉਹ ਪਰਲੋਕ ਗਮਨ ਕਰ ਗਿਆ, ਗੁਰਪੁਰੀ ਸੁਧਾਰ ਗਿਆ। ਕਿਉਂ? ਕਿਉਂਕਿ ਸਿੱਖ ਦੇ ਅੰਦਰ ਕੋਈ ਭਟਕਣਾ ਨਹੀਂ। ਮਰਨ ਤੋਂ ਬਾਅਦ ਵੀ ਸਿੱਖ ਕੋਈ ਨਰਕ ਤੇ ਸਵਰਗ ਦਾ ਮਤਲਾਸ਼ੀ ਨਹੀਂ, ਸੱਚਖੰਡ ਦਾ ਮਤਲਾਸ਼ੀ ਹੈ। ਇਸ ਕਰਕੇ ਮੌਤ ਤੋਂ ਬਾਅਦ ਵੀ ਇਹ ਸੋਲੇ ਗਾਏ ਜਾਂਦੇ ਨੇ। ਕਮਾਲ ਦੀ ਗੱਲ ਇਹ ਹੈ ਕਿ ਵੇਖੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸੇ ਹੀ ਬਾਣੀ ਅੰਦਰ ਜਿੱਥੇ ਗੱਲ ਮੌਤ ਦੀ ਕਰਦੇ ਨੇ, ਉਦਾਹਰਣ ਵਿਆਹ ਦੀ ਦਿੰਦੇ ਨੇ। ਉਦਾਹਰਣ ਵਿਆਹ ਦੀ ਦਿੱਤੀ ਪਾਤਸ਼ਾਹ ਜੀ ਨੇ, ਤੇ ਗੱਲ ਕੀਤੀ ਹੈ ਮੌਤ ਦੀ। ਬਾਬਾ ਫਰੀਦ ਜੀ ਗੱਲ ਮੌਤ ਦੀ ਕਰਦੇ ਨੇ ਤੇ ਉਦਾਹਰਣ ਵਿਆਹ ਦੀ ਦਿੰਦੇ ਨੇ, ਕਿਉਂਕਿ ਰੱਬ ਦੇ ਪਿਆਰਿਆਂ ਦਾ ਵਿਚਾਰ ਇੱਕ ਹੈ। ਭਾਵੇਂ ਲਗਭਗ 300 ਸਾਲ ਸਮੇਂ ਦਾ ਅੰਤਰਾਲ ਹੈ, ਪਰ ਵਿਚਾਰਧਾਰਾ ਜਿਹੜੀ ਹੈ ਉਹ ਰੱਬ ਦੇ ਪਿਆਰਿਆਂ ਦੀ ਇੱਕ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸੰਬਤ ਕਹਿੰਦੇ ਨੇ ਸਾਲ ਨੂੰ। ਬੱਚੀ ਦਾ ਵਿਆਹ ਦਾ ਸਾਲ ਮਿਥਿਆ ਜਾਂਦਾ ਹੈ, ਫਿਰ ਉਹ ਤਰੀਕ ਮਿਥੀ ਜਾਂਦੀ ਹੈ ਵੀ ਇਸ ਤਰੀਕ ਨੂੰ ਸ਼ਾਦੀ ਕਰ ਦੇਣੀ ਹੈ।
ਫਿਰ ਇੱਕ ਮਾਈਆਂ ਦੀ ਰਸਮ ਹੁੰਦੀ ਹੈ, ਉਹ ਰਸਮ ਅਦਾ ਕੀਤੀ ਜਾਂਦੀ ਹੈ। ਉਹਦੇ ਵਿੱਚ ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ ਰਲ ਕੇ ਉਸ ਬੱਚੀ ਨੂੰ ਉਹਦੇ ਕੇਸਾਂ ਵਿੱਚ ਤੇਲ ਪਾਉਂਦੀਆਂ। ਸੁਹਾਗ ਦੇ ਗੀਤ ਗਾਏ ਜਾਂਦੇ ਨੇ, ਤੇ ਗੀਤ ਗਾਉਂਦਿਆਂ ਗਾਉਂਦਿਆਂ ਕਦੇ ਰੋਣ ਲੱਗ ਪਈਆਂ, ਕਦੇ ਹੱਸਣ ਲੱਗ ਪਈਆਂ। ਰੋਣਾ ਇਸ ਗੱਲ ਦਾ ਕਿ ਵਿਛੋੜਾ ਪੈ ਰਿਹਾ ਹੈ, ਤੇ ਖੁਸ਼ੀ ਇਸ ਗੱਲ ਦੀ ਹੈ ਕਿ ਆਪਣੇ ਮਾਲਕ ਦੇ ਨਾਲ ਮਿਲਾਪ ਹੋਣ ਜਾ ਰਿਹਾ। ਪਾਤਸ਼ਾਹ ਕਹਿੰਦੇ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਇਹ ਸਾਰਿਆਂ ਦਾ ਲਿਖਿਆ ਜਾਂਦਾ ਹੈ, ਸਾਰਿਆਂ ਜਾਣਾ। ਇੱਕ ਦਿਨ ਸਭ ਨੂੰ ਜਾਣਾ ਪੈਣਾ ਇਸ ਸੰਸਾਰ ਤੋਂ। ਜਿਸ ਦਾ ਜਨਮ ਹੈ ਉਹਦਾ ਮਰਨ ਵੀ ਹੋਵੇਗਾ। ਹੈ ਤੇਰੇ ਆਗਾਜ਼ ਸੇ ਸਾਬਤ तेरा अंजाम भी, सुबह का होना ही बताता है कि होगी शाम भी। ਸੂਰਜ ਦਾ ਚੜ੍ਹਨਾ ਹੀ ਦੱਸਦਾ ਹੈ ਕਿ ਇਹਨੇ ਅਸਤ ਹੋ ਜਾਣਾ। ਮਨੁੱਖ ਦਾ ਜਨਮ ਹੀ ਦੱਸਦਾ ਕਿ ਇੱਕ ਦਿਨ ਮਰਨ ਵੀ ਹੋਵੇਗਾ। ਮਰਨ ਲਿਖਾਏ ਮੰਡਲ ਮੇ ਆਏ। ਤੋ ਖੈਰ, ਇਸ ਸੰਸਾਰ ਤੋਂ ਜਾਣਾ, ਇੱਕ ਦਿਨ ਸਾਰਿਆਂ ਨੇ ਜਾਣਾ। ਤੋ ਸਾਰਿਆਂ ਦਾ ਸਾਇਆ ਲਿਖਿਆ ਗਿਆ। ਸਭ ਕਹਿੰਦੇ ਨੇ ਮੇਰਾ ਵੀ ਲਿਖਿਆ ਗਿਆ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਉ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ। ਪਹੁੰਚਾ ਕੀ ਹੈ? ਜਿਹਨੂੰ ਭੋਚਾ ਕਹਿੰਦੇ ਆ, ਸਾਏ ਚਿੱਠੀ। ਇਹ ਇੱਕ ਦੇ ਘਰ ਦੀ ਗੱਲ ਨਹੀਂ, ਸਾਰਿਆਂ ਨੂੰ ਹੀ ਇਹ ਸੁਨੇਹਾ ਤੇ ਆਉਣਾ ਹੈ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਵਨ। ਉਸ ਮਾਲਕ ਨੂੰ ਚੇਤੇ ਰੱਖੀਏ ਜਿਹਦੇ ਕੋਲ ਇਹ ਸਾਰੀ ਤਾਕਤ ਹੈ। ਤੇ ਬਾਬਾ ਫਰੀਦ ਕਹਿੰਦੇ ਨੇ, ਜਿਤ ਦਿਹਾੜੇ ਧਨ ਵਰੀ ਸਾਏ ਲੈ ਲਖਾਏ, ਮਲਕ ਜ ਕੰਨੀ ਸੁਣੀਦਾ ਮੂੰਹ ਦਿਖਾ ਲੈ ਆਏ। ਜਿੰਦ ਨਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਏ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਇਹ ਜਿੰਦੇ, ਜਿਹੜਾ ਸਾਇਆ ਲਿਖਿਆ ਗਿਆ ਨਾ, ਇਹਨੂੰ ਟਾਲਿਆ ਨਹੀਂ ਜਾ ਸਕਦਾ। ਇਹ ਯਕੀਨਨ ਹੈ। ਆ ਕਿਤੇ ਵਿਆਹ ਦਾ ਸਾਇਆ ਮਿਥਿਆ ਹੋਵੇ ਨਾ ਜੀ, ਤੇ ਜੇ ਕਿਤੇ ਕੋਈ ਮਾੜੀ ਘਟਨਾ ਵਾਪਰ ਜਾਏ ਤੇ ਫਿਰ ਵੀ ਸਾਡੇ ਸਮਾਜ ਵਿੱਚ ਇਹ ਕਿਹਾ ਜਾਂਦਾ ਕਿ ਹੁਣ ਸਾਇਆ ਮਿਥਿਆ, ਭਾਵੇਂ ਖੁਸ਼ੀ ਘੱਟ ਕਰੋ ਪਰ ਇਹਨੂੰ ਹੁਣ ਨੇਪਰੇ ਝਾੜ ਦਿਓ। ਇਹਨੂੰ ਟਾਲਿਆ ਨਹੀਂ ਜਾ ਸਕਦਾ। ਸਾਏ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਕਹਿੰਦੇ ਨੇ ਕਿ ਇਸ ਜਿੰਦ ਨੂੰ ਇੱਕ ਦਿਨ ਮੌਤ ਨੇ ਪਰਨਾ ਕੇ ਲੈ ਜਾਣਾ। ਇਹ ਸਾਰਿਆਂ ਤੇ ਸਮਾਂ ਆਉਣਾ ਹੈ। ਪਰ ਪਿਆਰਿਆ, ਤੂੰ ਉਸ ਮਾਲਕ ਨੂੰ ਚੇਤੇ ਕਰ। ਕਮਾਲ ਦੀ ਗੱਲ ਇਹ ਹੈ ਕਿ ਬਾਬਾ ਫਰੀਦ ਵੀ ਉਦਾਹਰਣ ਵਿਆਹ ਦੀ ਦੇ ਕੇ ਤੇ ਗੱਲ ਮੌਤ ਦੀ ਕਰਦੇ ਨੇ। ਤੋ ਮੌਤ ਦੇ ਸਮੇਂ ਵੀ ਇਹ ਸੋਲਾ, ਇਹ ਗੀਤ ਗਾਏ ਜਾਂਦੇ ਨੇ। ਤੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਇਸ ਮੁਬਾਰਕ ਸ਼ਬਦ ਅੰਦਰ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਰਾਗ ਆਸਾ ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਿਛਲੇ ਸ਼ਬਦ ਅੰਦਰ ਜੋ ਬਖਸ਼ਿਸ਼ ਕੀਤੀ ਕਿ ਜਿਸ ਮੰਦਰ, ਮਸਜਿਦ, ਗੁਰਦੁਆਰੇ ਵਿੱਚ
ਉਸ ਮਾਲਕ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਉਹਨੂੰ ਵੀ ਘਰ ਆਖਿਆ ਗਿਆ। ਹੁਣ ਇਹ ਜਿਹੜੇ ਨੇ 6 ਘਰ, 6 ਗੁਰ, 6 ਉਪਦੇਸ਼, ਇਹ ਉਹ ਧਾਰਮਿਕ ਜੋ ਸ਼ਾਸਤਰ ਨੇ ਹਿੰਦੂ ਮਤ ਦੇ, 6 ਸ਼ਾਸਤਰ ਨੇ, 4 ਵੇਦ ਨੇ, 18 ਪ੍ਰਾਣ ਨੇ, 27 ਸਿਮਰਤੀਆਂ ਨੇ। ਤੋ 6 ਸ਼ਾਸਤਰਾਂ ਦੀ ਗੱਲ ਮੇਰੇ ਪਾਤਸ਼ਾਹ ਜੀ ਨੇ ਕੀਤੀ ਹੈ। ਕਹਿੰਦੇ ਨੇ ਇਹ ਵੀ 6 ਘਰ ਨੇ ਔਰ ਇਹਨਾਂ ਦੇ ਕਰਤਾ ਵੀ 6 ਨੇ। ਵੱਖ-ਵੱਖ ਰਿਸ਼ੀ ਨੇ ਜਿਨ੍ਹਾਂ ਨੇ ਇਹ 6 ਸ਼ਾਸਤਰ ਲਿਖੇ ਨੇ। ਹੁਣ ਉਹ ਕਿਹੜੇ ਨੇ 6 ਸ਼ਾਸਤਰ ਜਿਨ੍ਹਾਂ ਦੇ ਵਿੱਚੋਂ ਸਾਂਖ ਹੈ, ਨਿਆਏ ਹੈ, ਵੈਸ਼ੇਸ਼ਿਕ ਹੈ, ਮੀਮਾਂਸਾ ਹੈ, ਯੋਗ ਹੈ, वेदांत ਹੈ। ਇਹ 6 ਸ਼ਾਸਤਰ ਨੇ ਔਰ ਇਹਨਾਂ 6 ਸ਼ਾਸਤਰਾਂ ਦੇ ਜੋ ਕਰਤਾ ਨੇ ਉਹ ਵੀ 6 ਨੇ, ਵੱਖ-ਵੱਖ ਨੇ। ਉਹਨਾਂ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ ਕਿ ਸਾਂਖ ਦੇ ਕਰਤਾ ਕਪਲ ਰਿਸ਼ੀ ਨੇ, ਨਿਆਏ ਦੇ ਕਰਤਾ ਗੌਤਮ ਨੇ ਔਰ ਵਿਸ਼ੇਸ਼ਕ ਦੇ ਕਰਤਾ ਕੁਣਾਦ ਨੇ। ਇਸੇ ਤਰ੍ਹਾਂ ਹੀ ਮੀਮਾਂਸਾ ਦੇ ਕਰਤਾ ਜੈਮਨੀ, ਯੋਗ ਦੇ ਕਰਤਾ ਪਤੰਜਲੀ ਔਰ वेदांत ਦੇ ਕਰਤਾ ਰਿਖੀ ਵੇਦ ਵਿਆਸ। ਇਹ 6 ਕਰਤਾ ਨੇ ਔਰ ਇਹਨਾਂ ਦੇ ਜਿਹੜੇ ਉਪਦੇਸ਼ ਨੇ ਉਹ ਵੀ ਵੱਖ-ਵੱਖ ਨੇ। ਉਪਦੇਸ਼ ਕੀ ਨੇ? ਮਾਰਗ, ਰਸਤੇ, ਰਸਤੇ ਵੱਖ-ਵੱਖ ਨੇ ਔਰ ਜਿਸ ਪਾਸੇ ਨੂੰ ਮਨੁੱਖ ਨੇ ਜਾਣਾ ਉਹ ਮਾਰਗ, ਉਹ ਮੰਜ਼ਿਲ ਕੀ ਹੈ? ਪਰਮਾਤਮਾ। ਪਰਮਾਤਮਾ ਤੱਕ ਪਹੁੰਚਣਾ ਹੈ ਪਰ ਰਸਤਾ ਵੱਖ-ਵੱਖ ਹੈ। ਜਿਵੇਂ ਕੋਈ ਨਦੀ ਕਿਸੇ ਪਾਸਿਓਂ ਆਈ, ਕੋਈ ਕਿਸੇ ਪਾਸਿਓਂ ਆਈ, ਪਰ ਆਖਰਕਾਰ ਉਸ ਦਾ ਜੋ ਟਿਕਾਣਾ ਹੈ, ਜੋ ਮੰਜ਼ਿਲ ਹੈ, ਉਹ ਸਾਗਰ ਹੈ। ਪਹੁੰਚਣਾ ਸਾਗਰ ਤੱਕ ਹੀ ਹੈ। ਰਸਤਾ ਕੋਈ ਵੀ ਹੋ ਸਕਦਾ ਹੈ, ਕੋਈ ਕਿਸੇ ਰਸਤਿਓਂ ਆਇਆ, ਕੋਈ ਕਿਸੇ ਰਸਤਿਓਂ ਆਇਆ, ਪਰ ਪਹੁੰਚਣਾ ਸਾਗਰ ਤੱਕ ਹੈ। ਇਹ ਵੱਖ-ਵੱਖ ਸ਼ਾਸਤਰ, ਉਹਨਾਂ ਦੇ ਕਰਤਾ ਵੱਖ-ਵੱਖ, ਉਪਦੇਸ਼ ਵੱਖ-ਵੱਖ, ਪਰ ਕਮਾਲ ਦੀ ਗੱਲ ਹੈ ਕਿ ਆਪਸ ਵਿੱਚ ਟਕਰਾਉਂਦੇ ਨਹੀਂ, ਆਪਸ ਵਿੱਚ ਟਕਰਾਉਂਦੇ ਨਹੀਂ, ਆਪਸੀ ਵਿਰੋਧ ਨਹੀਂ ਹੈ, ਵਿੱਚ ਦੀਵਾਰ ਕੋਈ ਨਹੀਂ। ਆਮ ਤੌਰ 'ਤੇ ਅਸੀਂ ਇਹ ਵੇਖਦੇ ਹਾਂ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਭਾਵੇਂ ਭਰਾ ਵੱਖ ਨੇ ਪਰ ਜੇ ਦੀਵਾਰ ਨਹੀਂ ਨਾ ਤੇ ਵੇਖਣ ਵਾਲਾ ਕਹਿ ਸਕਦਾ ਕਿ ਆਪਸੀ ਪਿਆਰ ਹੈ, ਮੁਹੱਬਤ ਹੈ। ਪਰ ਬਹੁਤੀ ਵਾਰੀ ਤਾਂ ਮੈਂ ਵੇਖਦਾ ਕਿ ਜੇ ਕਿਤੇ ਥੋੜ੍ਹੀ ਜਿਹੀ ਨਾਰਾਜ਼ਗੀ ਹੋ ਜਾਏ ਨਾ ਤੇ ਉਹ ਕਹਿੰਦਾ ਕਿ ਏਡੀ ਕੁ ਦੀਵਾਰ ਕਰੋ ਕਿ ਤੁਰਦਾ ਫਿਰਦਾ ਵੀ ਮੈਨੂੰ ਨਜ਼ਰ ਨਹੀਂ ਆਉਣਾ ਚਾਹੀਦਾ, ਇੰਨੀ ਅੰਦਰ ਈਰਖਾ। ਪਰ ਮੈਂ ਇੱਕ ਬੇਨਤੀ ਕਰਾਂ, ਜਿਹੜਾ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਤੋੜਦਾ ਨਾ ਉਹ ਕਦੇ ਵੀ ਪਰਮਾਤਮਾ ਨਾਲ ਨਹੀਂ ਜੇ ਜੋੜ ਸਕਦਾ, ਉਹ ਪਰਮਾਤਮਾ ਨਾਲ ਨਹੀਂ ਜੋੜੇਗਾ। ਜਿਹੜਾ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ, ਸਮਝ ਲੈਣਾ ਉਹ ਪਰਮਾਤਮਾ ਨਾਲ ਵੀ ਜੋੜੇਗਾ। ਤੋ ਇਹ ਪਾਤਸ਼ਾਹ ਜੀ ਇਹ ਬਖਸ਼ਿਸ਼ ਪੈ ਕਰਦੇ ਨੇ ਕਿ ਇਹ 6 ਸ਼ਾਸਤਰ ਨੇ, ਉਹਨਾਂ ਦੇ ਕਰਤਾ 6 ਨੇ। ਪਰ ਜਿਸ ਤਰ੍ਹਾਂ ਦਾ ਵਿਚਾਰ ਉਸ ਮਾਲਕ ਵੱਲੋਂ ਮਿਲਿਆ, ਜਿਵੇਂ ਬਾਰਿਸ਼ ਤੇ ਪੈਂਦੀ ਹੈ ਸਾਰੇ ਥਾਵਾਂ 'ਤੇ, ਪਰ ਜਿਸ ਤਰ੍ਹਾਂ ਦਾ ਭਾਂਡਾ ਹੋਵੇ ਉਸੇ ਤਰ੍ਹਾਂ ਦਾ ਉਹ ਪਾਣੀ ਰੂਪ ਅਖਤਿਆਰ ਕਰ ਜਾਂਦਾ ਹੈ। ਜੇ ਬਾਹਰ ਬਾਲਟੀ ਪਈ ਹੈ ਤੇ ਉਹ ਪਾਣੀ ਬਾਲਟੀ ਦਾ ਰੂਪ ਅਖਤਿਆਰ ਕਰੇਗਾ,
ਜੇ ਬਾਹਰ ਕੌਲੀ ਪਈ ਹੈ ਤੇ ਕੌਲੀ ਦਾ ਰੂਪ ਅਖਤਿਆਰ ਕਰੇਗਾ, ਜੇ ਬਾਹਰ ਕੋਈ ਥਾਲ ਪਿਆ ਤੇ ਉਹ ਥਾਲ ਦਾ ਰੂਪ ਅਖਤਿਆਰ ਕਰ ਜਾਏਗਾ। ਜਿਸ ਤਰ੍ਹਾਂ ਦਾ ਭਾਂਡਾ ਹੈ ਉਸੇ ਤਰ੍ਹਾਂ ਦਾ ਹੀ ਉਹਨੂੰ ਨਜ਼ਰ ਆਏਗਾ, ਉਸੇ ਤਰ੍ਹਾਂ ਦਾ ਹੀ ਵਿਚਾਰ ਉਸ ਦਾ ਬਣੇਗਾ। ਤੋ ਜਿਸ ਤਰ੍ਹਾਂ ਦਾ ਭਾਂਡਾ ਸੀ ਉਸੇ ਤਰ੍ਹਾਂ ਦਾ ਵਿਚਾਰ ਉਹਨਾਂ ਨੇ ਜਗਤ ਦੇ ਸਾਹਮਣੇ ਰੱਖਿਆ। ਪਰ ਅਸਲ ਵਿੱਚ ਜੋ ਇਹ ਗੁਣ ਹੈ, ਜੋ ਵਿਚਾਰ ਹੈ ਨਾ, ਉਹ ਕਿਸੇ ਦਾ ਆਪਣਾ ਨਿੱਜੀ ਨਹੀਂ, ਇਹ ਵਿਚਾਰ ਉਸ ਪਰਿਪੂਰਨ ਪਰਮਾਤਮਾ ਦਾ ਹੈ। ਇਹ ਬੋਲ ਉਸ ਦੇ ਨੇ। ਇਸੇ ਕਰਕੇ ਜਿਹੜੇ ਰਹਿਬਰੀ ਪੁਰਸ਼ ਨੇ ਨਾ, ਉਹ ਕਦੇ ਇਹ ਨਹੀਂ ਆਖਦੇ ਕਿ ਇਹ ਬੋਲ ਜਿਹੜੇ ਨੇ ਇਹ ਮੇਰੇ ਨੇ, ਕਦੇ ਨਹੀਂ ਕਹਿੰਦੇ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਤੇ ਇਹ ਨਹੀਂ ਆਖਿਆ ਕਿ ਇਹ ਬਾਣੀ ਜਿਹੜੀ ਇਹ ਸਾਡੀ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇ ਲਾਲੋ। ਉੱਥੇ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਤੇ ਕੁਝ ਬੋਲਣਾ ਹੀ ਨਹੀਂ ਜਾਣਦਾ, ਜੋ ਉਸ ਮਾਲਕ ਨੇ ਮੈਨੂੰ ਮੈਸੇਜ ਦਿੱਤਾ ਹੈ ਮੈਂ ਬਸ ਉਹ ਹੀ ਅੱਗੇ ਜਗਤ ਦੇ ਸਾਹਮਣੇ ਕਨਵੇ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛੀਏ ਤੇ ਪਾਤਸ਼ਾਹ ਜੀ ਕਹਿੰਦੇ ਨੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਹੇ ਵਾਹਿਗੁਰੂ, ਮੈਂ ਕੁਝ ਵੀ ਨਹੀਂ ਬੋਲਦਾ, ਮੈਂ ਤੇ ਉਹੀ ਕਹਿ ਰਿਹਾ ਜੋ ਤੇਰਾ ਹੁਕਮ ਹੈ। ਜਿਸ ਦਿਨ ਮੁਹੰਮਦ ਸਾਹਿਬ ਨੂੰ ਕੋਈ ਝਲਕ ਮਿਲੀ ਉਸ ਖੁਦਾ ਦੀ, ਤੇ ਉਸ ਦਿਨ ਵੀ ਕਹਿੰਦੇ ਨੇ ਉਹਨਾਂ ਦੀ ਘਰਵਾਲੀ ਸ਼ਰੀਕੇ ਹਯਾਤ ਖਦੀਜਾ, ਉਸ ਨੇ ਹੈਰਾਨ ਹੋ ਕੇ ਕਹਿ ਦਿੱਤਾ, ਕਹਿਣ ਲੱਗੀ, ਐ ਮੁਹੰਮਦ, ਮੈਨੂੰ ਵੀ ਇੰਨਾ ਸਮਾਂ ਹੋ ਗਿਆ ਆਪਣਾ ਸੰਬੰਧ ਬਣਿਆ ਪਤੀ ਪਤਨੀ ਦਾ, ਪਰ ਇੰਨੇ ਸਮੇਂ ਵਿੱਚ ਮੈਂ ਇਹ ਬੋਲ ਤੁਹਾਡੀ ਰਸਨਾ ਤੋਂ ਅੱਜ ਤੱਕ ਨਹੀਂ ਸੁਣੇ। ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਜਿਨ੍ਹਾਂ ਨੂੰ ਬੋਲਾਂ ਨੂੰ ਸੁਣ ਕੇ ਮੈਂ ਵੀ ਵਿਸਮਾਦ ਵਿੱਚ ਆ ਗਈ। ਇਹ ਬੋਲ ਤੁਹਾਡੇ ਨਹੀਂ ਹੋ ਸਕਦੇ। ਤੇ ਮੁਹੰਮਦ ਸਾਹਿਬ ਨੇ ਵੀ ਇਹ ਗੱਲ ਕਹੀ, ਕਹਿਣ ਲੱਗੇ, ਖਦੀਜਾ ਤੂੰ ਠੀਕ ਕਹਿ ਰਹੀ ਹੈ। ਅਸਲ ਵਿੱਚ ਮੁਹੰਮਦ ਤੇ ਅੱਜ ਚੁੱਪ ਕਰ ਗਿਆ, ਅੱਜ ਖੁਦਾ ਆਪ ਹੀ ਪਿਆ ਬੋਲਦਾ ਹੈ। ਉਹ ਖੁਦਾ ਆਪ ਬੋਲ ਰਿਹਾ ਹੈ, ਇਹ ਬੋਲ ਉਸ ਦੇ ਨੇ। ਤੋ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਭਾਂਡਾ ਸੀ ਉਸੇ ਤਰ੍ਹਾਂ ਦਾ ਵਿਚਾਰ ਜਗਤ ਦੇ ਸਾਹਮਣੇ ਰੱਖਿਆ ਗਿਆ। ਪਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, 6 ਘਰ 6 ਗੁਰ 6 ਉਪਦੇਸ਼। ਕਹਿੰਦੇ ਨੇ ਵੀ ਉਪਦੇਸ਼ ਵੀ ਵੱਖ ਵੱਖ ਨੇ। ਗੁਰ ਗੁਰ ਏਕੋ ਵੇਸ ਅਨੇਕ। ਪਰ ਕਹਿੰਦੇ ਨੇ ਅਸਲ ਵਿੱਚ ਇਹ ਰੂਪ ਵੱਖ ਵੱਖ ਨਜ਼ਰ ਆਪਣੀ ਰੋਸ਼ਨੀ ਨਹੀਂ, ਪਰ ਸੂਰਜ ਨੂੰ ਰੋਸ਼ਨੀ ਕੌਣ ਦੇਣ ਵਾਲਾ ਹੈ? ਉਹਨੂੰ ਵੀ ਤਾਂ ਕੋਈ ਰੋਸ਼ਨੀ ਦੇ ਰਿਹਾ ਹੈ। ਵਾਹੋ ਵਾਹੋ ਕਾ ਬੜਾ ਤਮਾਸ਼ਾ, ਆਪੇ ਹੱਸੇ ਆਪ ਹੀ ਚਿਤਵੇ, ਆਪੇ ਚੰਦ ਸੂਰ ਪ੍ਰਕਾਸ਼ਾ। ਉਹ ਪਰਿਪੂਰਨ ਪਰਮਾਤਮਾ ਉਹ ਚੰਦਰਮਾ ਵਿੱਚ, ਸੂਰਜ ਵਿੱਚ, ਸਾਰੇ ਥਾਵਾਂ ਤੇ ਪ੍ਰਕਾਸ਼ਮਾਨ ਹੋ ਰਿਹਾ ਹੈ। ਰੋਸ਼ਨੀ ਉਸ ਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ,
ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਸਾਰਿਆਂ ਵਿੱਚ ਜੋਤ ਉਸਦੀ ਹੈ, ਪਰ ਦ੍ਰਿਸ਼ਟੀ ਵੱਖ-ਵੱਖ ਹੈ। ਸਾਹਿਬ ਜੀ ਕਹਿੰਦੇ ਨੇ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗਿਆ, ਤੇਰਾ ਅੰਤ ਨਾ ਪਾਇਆ, ਸੁਰਗ ਮੱਛ ਪਿਆਲ ਜਿਉ। ਹੇ ਪਰਿਪੂਰਨ ਪਰਮਾਤਮਾ, ਜੋਗੀ ਵਿੱਚ ਵੀ ਤੂੰ ਹੀ ਹੈ ਤੇ ਭੋਗੀ ਵਿੱਚ ਵੀ ਤੂੰ ਹੀ ਹੈ। ਜੋਗੀ ਕੌਣ ਹੈ? ਜਿਹੜਾ ਹਰੇਕ ਚੀਜ਼ ਨੂੰ ਜੋੜ ਕੇ ਵੇਖਦਾ। ਤੇ ਭੋਗੀ ਕੌਣ ਹੈ? ਜਿਹੜਾ ਖੰਡ ਖੰਡ ਕਰਕੇ ਵੇਖਦਾ। ਹੇ ਪਰਿਪੂਰਨ ਪਰਮਾਤਮਾ, ਸਾਰਿਆਂ ਵਿੱਚ ਤੂੰ ਹੀ ਹੈ, ਤੇਰਾ ਹੀ ਵਾਸਾ ਹੈ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ। ਜਿਸ ਨੇ ਇਸ ਗੱਲ ਨੂੰ ਸਮਝ ਲਿਆ, ਉਹ ਸਾਰਿਆਂ ਵਿੱਚ ਇੱਕ ਨੂੰ ਵੇਖਦਾ। ਦੇਖੋ, ਜਿਵੇਂ ਕੋਈ ਬੰਦਾ ਹੈ ਨਾ, ਤੇ ਉਸ ਨੇ ਕੋਈ ਦਰਖਤ ਦੇ ਥੱਲੇ ਖਲੋਤਾ ਹੈ, ਤੇ ਦਰਖਤ ਦੇ ਥੱਲੇ ਖਲੋ ਕੇ ਉਹ ਵੇਖਦਾ ਕਿ ਇਹ ਫੁੱਲ ਨੇ, ਇਹ ਫਲ ਨੇ, ਇਹ ਪੱਤੇ ਨੇ, ਇਹ ਟਾਹਣੀਆਂ ਨੇ, ਇਹ ਤਣਾ ਹੈ, ਇਹ ਭੋਗੀ ਹੈ। ਤੇ ਜਿਹੜਾ ਜੋਗੀ ਹੈ ਨਾ, ਉਹ ਵੇਖਦਾ ਕਿ ਪੱਤੇ ਵੀ ਦਰਖਤ ਦੇ ਨੇ, ਫੁੱਲ ਵੀ ਦਰਖਤ ਦੇ ਨੇ, ਫਲ ਵੀ ਦਰਖਤ ਦੇ ਨੇ, ਇਹ ਤਣਾ ਵੀ ਦਰਖਤ ਦਾ ਹੈ, ਇਹ ਟਾਹਣੀਆਂ ਦਰਖਤ ਦੀਆਂ ਨੇ। ਉਸ ਨੂੰ ਹਰੇਕ ਚੀਜ਼ ਵਿੱਚੋਂ ਦਰਖਤ ਨਜ਼ਰ ਆਉਂਦਾ ਹੈ। ਰੱਬ ਦਾ ਪਿਆਰਾ ਜਿਹੜਾ ਹੈ, ਉਸ ਨੂੰ ਇਹ ਵੱਖ-ਵੱਖ ਖੰਡ-ਖੰਡ, ਟੁਕੜਿਆਂ-ਟੁਕੜਿਆਂ ਵਿੱਚ ਵੀ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਉਸ ਨੂੰ ਸਾਰਿਆਂ ਵਿੱਚ ਉਸੇ ਦਾ ਉਪਦੇਸ਼ ਜਿਹੜਾ ਉਹ ਨਜ਼ਰ ਆਏਗਾ। ਰੂਪ ਭਾਵੇਂ ਵੱਖ-ਵੱਖ ਨੇ, ਪਰ ਸਾਰਿਆਂ ਵਿੱਚ ਉਹ ਇੱਕ ਪਰਿਪੂਰਨ ਪਰਮਾਤਮਾ ਹੈ। ਗੁਰ ਗੁਰ ਏਕੋ ਵੇਸ ਅਨੇਕ। ਰੂਪ ਵੱਖ-ਵੱਖ ਨੇ, ਪਰ ਅਸਲ ਵਿੱਚ ਸਾਰਿਆਂ ਵਿੱਚ ਉਹ ਮਾਲਕ ਆਪ ਹੈ। ਬਾਬਾ ਜੇ ਘਰ ਕਰਤੇ ਕੀਰਤ ਹੋਏ, ਕਹਿੰਦੇ ਨੇ ਜਿਸ ਘਰ ਵਿੱਚ ਉਸ ਕਰਤੇ ਦੀ ਸਿਫਤ ਸਲਾਹ ਹੁੰਦੀ ਹੈ, ਜਿਸ ਘਰ ਵਿੱਚ ਉਸ ਮਾਲਕ ਦਾ ਨਾਮ ਜਪਿਆ ਜਾਂਦਾ ਹੈ, ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਤੇ ਉਂਝ ਤਾਂ ਸਾਹਿਬ ਜੀ ਇਹ ਵੀ ਕਹਿੰਦੇ ਨੇ ਵੀ ਕਬੀਰ ਜੈ ਘਰ ਸਾਧ ਨਾ ਸੇਵੀਏ, ਹਰ ਕੀ ਪੂਜਾ ਨਾ ਹੈ। ਤੇ ਘਰ ਮਰਹਟ ਸਾਰਖੇ, ਭੂਤ ਬਸੈ ਤਿਸ ਮਾਹੇ। ਕਹਿੰਦੇ ਨੇ ਉਹ ਤੇ ਭੂਤਨਿਆਂ ਦਾ ਹੀ ਡੇਰਾ ਹੈ, ਜਿੱਥੇ ਰੱਬ ਦਾ ਨਾਂ ਹੀ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਨਾ, ਕਹਿੰਦੇ ਨੇ ਇੱਕ ਵਾਰੀ ਇੱਕ ਮਨੁੱਖ ਨੂੰ ਲੈ ਕੇ ਆ ਗਏ, ਤੇ ਉਹ ਸਿਰ ਬੜਾ ਮਾਰਦਾ ਸੀ। ਜਦੋਂ ਲੈ ਕੇ ਆਏ ਨਾ, ਤੇ ਪਾਤਸ਼ਾਹ ਜੀ ਨੇ ਪੁੱਛ ਲਿਆ, ਕਹਿਣ ਲੱਗੇ ਕਿ ਇਹਨੂੰ ਕੀ ਹੋਇਆ ਹੈ? ਕਹਿਣ ਲੱਗੇ ਜੀ ਇਹਦੇ ਵਿੱਚ ਪ੍ਰੇਤ ਦਾ ਵਾਸ ਹੈ। ਤੇ ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹਨੇ ਕਦੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਹੈ? ਕਹਿਣ ਲੱਗੇ ਨਹੀਂ ਮਹਾਰਾਜ, ਇਹਨੇ ਕਦੇ ਬਾਣੀ ਨਹੀਂ ਪੜ੍ਹੀ। ਫਿਰ ਕਹਿਣ ਲੱਗੇ ਇਹਨੂੰ ਹੋਰ ਕਿਸੇ ਪ੍ਰੇਤ ਨੇ ਕੀ ਆਖਣਾ, ਇਹ ਤੇ ਆਪ ਹੀ ਪ੍ਰੇਤ ਹੈ। ਜਿਹਨੇ ਕਦੇ ਬਾਣੀ ਨਹੀਂ ਪੜ੍ਹੀ, ਇਦੋਂ ਵੱਡਾ ਭੂਤਨਾ ਕਿਹੜਾ ਹੋ ਸਕਦਾ ਹੈ? ਤੇ ਸਾਹਿਬ ਜੀ ਦਾ ਪਾਵਨ ਬਚਨ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਅੰਕਿਤ ਕੀਤਾ ਹੈ। ਤਬ ਸਤਿਗੁਰ ਏਮੈ ਉਤਰ ਦਿਓ, ਪ੍ਰੇਤ ਲਹਿਓ ਜੈ ਸਿੱਖ ਕੋ ਕਹਿਓ। ਕਬਹੂ ਨਾ ਪੜਤ ਹੋਤ ਜਪ ਰਸਨਾ, ਜਿਨਹੂ ਕੰਠ ਤਿਸ ਪਰ ਬਸ ਕਛਨਾ। ਕਹਿੰਦੇ ਨੇ ਜਿਹਨੂੰ ਜਪਜੀ ਸਾਹਿਬ ਦੀ ਬਾਣੀ ਕੰਠੇ ਨਾ, ਉਹਦੇ ਤੇ ਹੋਰ ਕਿਸੇ ਦਾ ਜ਼ੋਰ ਚੱਲ ਹੀ ਨਹੀਂ ਜੇ ਸਕਦਾ। ਇੱਕ ਵਾਰੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੋ ਜਿੱਥੇ ਬਾਣੀ ਨਹੀਂ,
ਉਹ ਕੇਵਲ ਭੂਤਨਿਆਂ ਦਾ ਹੀ ਡੇਰਾ ਹੈ। ਤੋ ਸਾਹਿਬ ਜੀ ਕਹਿੰਦੇ ਨੇ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਇੱਥੇ ਵੱਖ-ਵੱਖ ਵਿਦਵਾਨਾਂ ਨੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਉਸ ਘਰ ਦੀ ਰੱਖਿਆ ਕਰੀ, ਕਿਉਂਕਿ ਉਹਦੇ ਵਿੱਚ ਤੇਰੀ ਵਡਿਆਈ ਹੁੰਦੀ ਹੈ। ਕਈਆਂ ਵਿਦਵਾਨਾਂ ਨੇ ਇਹ ਵੀ ਅਰਥ ਕੀਤੇ ਨੇ ਕਿ ਹੇ ਭਾਈ, ਉਸ ਮਾਲਕ ਨੂੰ, ਉਸ ਘਰ ਨੂੰ ਆਪਣੇ ਹਿਰਦੇ ਵਿੱਚ ਵਸਾਓ, ਉਹਦੇ ਵਿੱਚ ਤੁਹਾਡੀ ਭਲਾਈ ਹੈ, ਤੁਹਾਡਾ ਭਲਾ ਹੈ। ਤੋ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ, ਚਿੱਤੀ ਵਾਰੀ ਮਾਵਾ। ਇਹ ਵੱਖ-ਵੱਖ ਸਮੇਂ ਦੀ ਵੰਡ ਹੈ। ਸਮੇਂ ਦੀ ਵੰਡ ਅਨੁਸਾਰ ਕਹਿੰਦੇ ਨੇ, ਜਿਵੇਂ ਮਿੰਟ ਨੇ, ਸੈਕਿੰਡ ਨੇ, ਮਿੰਟ ਨੇ, ਘੰਟੇ ਨੇ, ਇਸੇ ਤਰ੍ਹਾਂ ਹੀ ਜੋ ਪੁਰਾਤਨ ਸਿਆਣਿਆਂ ਨੇ ਸਮੇਂ ਦੇ ਯੂਨਿਟ ਬਣਾਏ, ਵੰਡ ਕੀਤੀ, ਉਸ ਅਨੁਸਾਰ ਕਹਿੰਦੇ ਨੇ ਕਿ ਇੱਕ ਹੈ ਵਿਸਾ। ਵਿਸਾ ਕੀ ਹੈ? 15 ਅੱਖ ਦੇ ਫੋਰ ਹੋਣ ਤੇ ਇੱਕ ਵਿਸਾ ਬਣਦਾ ਹੈ, ਤੇ 15 ਵਿਸੇ ਹੋਣ ਤੇ ਇੱਕ ਚਸਾ ਬਣਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਵਿਸਵੇ ਚਸੀਆਂ ਘੜੀਆਂ ਪਹਿਰਾ। ਹੁਣ 15 ਅੱਖ ਦੇ ਫੋਰ ਤੇ ਇੱਕ ਵਿਸਾ, 15 ਵਿਸੇ ਤੇ ਇੱਕ ਚਸਾ, 30 ਚਸੇ ਹੋਣ ਤੇ ਇੱਕ ਪਲ, 60 ਪਲ ਹੋਣ ਤੇ ਇੱਕ ਘੜੀ, 7.5 ਘੜੀਆਂ ਹੋਣ ਤੇ ਇੱਕ ਪੈਰ ਬਣਦਾ ਹੈ, ਤੇ 8 ਪੈਰ ਹੋਣ ਤੇ ਦਿਨ ਤੇ ਰਾਤ ਬਣਦੇ ਨੇ। 15 ਥਿੱਤਾਂ ਨੇ, 7 ਵਾਰ ਨੇ, 12 ਮਹੀਨੇ ਨੇ ਸਾਲ ਦੇ। ਇਸ ਢੰਗ ਦੇ ਨਾਲ ਵੰਡ ਕੀਤੀ ਗਈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਵਿਸਵੇ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋਆ। ਇਹ ਸੂਰਜ ਤੇ ਚੰਦਰਮਾ ਦਾ ਕਰਕੇ ਨੇ। ਸੂਰਜ ਏਕੋ ਰੁੱਤ ਅਨੇਕ। ਕਹਿੰਦੇ ਨੇ ਸੂਰਜ ਇੱਕੋ ਹੀ ਹੈ ਤੇ ਰੁੱਤਾਂ ਕਈ ਨੇ। ਇਸੇ ਤਰ੍ਹਾਂ ਹੀ ਪਰਮਾਤਮਾ ਇੱਕ ਹੈ ਔਰ ਉਸ ਦੇ ਵੇਸ ਕਈ ਨੇ, ਰੂਪ ਕਈ ਨੇ। ਕਈ ਰੂਪਾਂ ਵਿੱਚ ਨਾਨਕ ਕਰਤੇ ਕੇ ਕੇਤੇ ਵੇਸ। ਹੇ ਨਾਨਕ ਆਖ, ਉਸ ਪਰਿਪੂਰਨ ਪਰਮਾਤਮਾ ਦੇ ਕਈ ਰੂਪ ਨੇ, ਪਰ ਮਨੁੱਖ ਉਹਨੂੰ ਕਈ ਰੂਪਾਂ ਵਿੱਚੋਂ ਵੀ ਇੱਕ ਵੇਖਣਾ ਹੈ। ਸਾਰਿਆਂ ਵਿੱਚੋਂ ਉਹ ਪਰਮਾਤਮਾ ਨਜ਼ਰ ਆਉਣਾ ਚਾਹੀਦਾ ਹੈ। ਸਾਰੀ ਮਨੁੱਖਤਾ ਵਿੱਚ ਉਹ ਪਰਮਾਤਮਾ ਨਜ਼ਰ ਆਵੇ। ਗੁਰੂ ਸਵਾਰਿਓ, ਅੱਜ ਅਸੀਂ ਜਿਸ ਉਸ ਮਹਾਰਾਜੇ ਦੀ ਬਰਸੀ ਮਨਾ ਰਹੇ ਹਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਸ ਦਾ ਉਹ ਹਲੇਮੀ ਰਾਜ, ਉਸ ਦੀ ਕਿਉਂ ਬਾਤ ਪਾਈ ਜਾਂਦੀ ਹੈ? ਕਿਉਂਕਿ ਉਸ ਨੇ ਕਿਸੇ ਨਾਲ ਵਿਤਕਰਾ ਨਹੀਂ, ਸਾਰਿਆਂ ਨੂੰ ਇੱਕ ਕਰਕੇ ਜਾਣਿਆ, ਊਚ ਨੀਚ ਦਾ ਭੇਦ ਮਿਟਾ ਕੇ। ਕਿਉਂ? ਕਿਉਂਕਿ ਉਸ ਦੇ ਅੰਦਰ ਧਰਮ ਹੈ। ਤੇ ਜਿੱਥੇ ਧਰਮ ਹੋਵੇਗਾ ਨਾ ਜੀ, ਉੱਥੇ ਬਰਾਬਰਤਾ ਹੁੰਦੀ ਹੈ। ਜਿੱਥੇ ਧੜਾ ਹੁੰਦਾ ਹੈ, ਉੱਥੇ ਕਦੇ ਨਿਆਂ ਹੋ ਹੀ ਨਹੀਂ ਸਕਦਾ। ਜਿੱਥੇ ਵੀ ਧੜਾ ਆ ਜਾਏ, ਉੱਥੇ ਕਦੇ ਨਿਆਂ ਨਹੀਂ ਹੁੰਦਾ। ਉੱਥੇ ਸਿਰਫ ਆਪਣੇ ਧੜੇ ਦੀ ਗੱਲ ਕੀਤੀ ਜਾਂਦੀ ਹੈ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਇਹਨਾਂ ਦੇ ਪਿਛੋਕੜ ਵਿੱਚ ਇਹਨਾਂ ਦੇ ਜੋ ਵੱਡੇ ਵਡੇਰੇ ਸਨ, ਜਿਸ ਦਾ ਨਾਮ ਸੀ ਬੁੱਢਾ ਮੱਲ, ਜਿਸ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੋਂ ਅੰਮ੍ਰਿਤ ਪਾਨ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅੰਮ੍ਰਿਤ ਦੀ ਦਾਤ ਲਈ ਤੇ ਬੁੱਢਾ ਮੱਲ ਤੋਂ ਬੁੱਢਾ ਸਿੰਘ ਬਣਿਆ। ਸੂਰਬੀਰ ਇਹਨਾਂ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਕਹਿੰਦੇ ਨੇ ਕਿ 43 ਨਿਸ਼ਾਨ ਉਸ ਦੇ ਸਰੀਰ ਤੇ ਸਨ, ਗੋਲੀਆਂ ਦੇ, ਬਰਸ਼ੀਆਂ ਦੇ, ਨੇਜ਼ਿਆਂ ਦੇ, ਤੀਰਾਂ ਦੇ। ਇਸ ਦੀ ਘੋੜੀ ਜਿਹਦਾ ਨਾਂ ਸੀ ਦੇਸਾਂ, ਔਰ ਸਵਾਰ ਤੇ ਸਵਾਰੀ ਦਾ ਇੰਨਾ ਮੇਲ ਹੋ ਗਿਆ ਕਿ ਘੋੜੀ ਦਾ ਨਾਮ ਪੈ ਗਿਆ ਦੇਸਾਂ ਬੁੱਧ ਸਿੰਘ। 50 ਵਾਰੀ ਲਗਭਗ ਇਹਨੇ ਚਨਾਬ ਤੇ ਜੇਲਮ ਨੂੰ ਪਾਰ ਕੀਤਾ। ਇਸ ਦੇ ਘਰ ਅੱਗੋਂ ਬੱਚਿਆਂ ਦਾ ਜਨਮ ਹੋਇਆ, ਜਿਸ ਦਾ ਫਿਰ ਨਾਮ ਰੱਖਿਆ ਗਿਆ ਸੀ ਨੌਧ ਸਿੰਘ। 2 ਪੁੱਤਰ ਨੇ, ਚੰਦਾ ਸਿੰਘ ਤੇ ਨੌਧ ਸਿੰਘ। ਸਰਦਾਰ ਨੌਧ ਸਿੰਘ ਦੇ ਘਰ 4 ਪੁੱਤਰਾਂ ਦਾ ਜਨਮ ਹੋਇਆ, ਜਿਹਦੇ ਵਿੱਚੋਂ ਸਰਦਾਰ ਚੜਤ ਸਿੰਘ, ਚੇਤ ਸਿੰਘ, ਇਸੇ ਤਰ੍ਹਾਂ 4 ਪੁੱਤਰ। ਔਰ ਸਰਦਾਰ ਨੌਧ ਸਿੰਘ ਨੇ 30 ਕੁ ਲੈ ਕੇ ਜਵਾਨ ਤੇ ਗੁਜਰਾਂਵਾਲੇ ਦੇ ਕੋਲ ਸ਼ੁਕਰ ਚੱਕ ਥੇ ਤੇ ਇੱਕ ਨਗਰ ਵਸਾਇਆ, ਜਿਹਦਾ ਨਾਂ ਸ਼ੁਕਰ ਚੱਕ ਰੱਖਿਆ ਸੀ। 30 ਫੌਜੀ ਭਰਤੀ ਕੀਤੇ ਔਰ ਬੜਾ ਸੂਰਬੀਰ ਯੋਧਾ ਸੀ। ਇਸ ਨੇ ਆਪਣੀ ਤਾਂਕ ਜਮਾਈ। ਇਸ ਤੋਂ ਬਾਅਦ ਸਰਦਾਰ ਚੜਤ ਸਿੰਘ ਤੇ ਸਰਦਾਰ ਚੜਤ ਸਿੰਘ ਨੇ ਉਹਦੇ ਵਿੱਚ ਵਾਧਾ ਕੀਤਾ, ਔਰ ਇੱਥੋਂ ਤੱਕ ਕਿ ਜਿਹੜਾ ਵੀ ਮਨੁੱਖ ਉਸ ਫੌਜ ਵਿੱਚ ਭਰਤੀ ਹੋਣ ਲਈ ਆਉਂਦਾ ਸੀ ਨਾ, ਸਰਦਾਰ ਚੜਤ ਸਿੰਘ ਆਪ 5 ਪਿਆਰਿਆਂ ਵਿੱਚ ਸ਼ਾਮਲ ਹੋ ਕੇ ਤੇ ਪਹਿਲਾਂ ਉਸ ਨੂੰ ਅੰਮ੍ਰਿਤ ਦੀ ਦਾਤ ਦਿੰਦਾ ਸੀ। ਉਸ ਤੋਂ ਬਾਅਦ ਫੌਜ ਵਿੱਚ ਰੱਖਣਾ ਕਿ ਪਹਿਲਾਂ ਅੰਮ੍ਰਿਤ ਪਾਨ ਕਰਨਾ ਪਏਗਾ। ਇਹ ਹੈ ਖਾਲਸਾ ਰਾਜ ਦੀਆਂ ਜੜ੍ਹਾਂ। ਤੇ ਗੁਰੂ ਸਵਾਰਿਓ, ਇਹ ਉਹ ਸਰਦਾਰ ਚੜਤ ਸਿੰਘ ਹੈ ਜਿਸ ਨੇ ਕਦੇ ਅਬਦਾਲੀ ਨੂੰ ਕੁਪਰਹੀੜੇ ਦੇ ਮੈਦਾਨ ਵਿੱਚ ਵੰਗਾਰਿਆ ਸੀ ਔਰ ਕਿਹਾ ਸੀ, ਅਬਦਾਲੀ ਤੂੰ ਲੋਕਾਂ ਦੇ ਪੁੱਤਰ ਨਾ ਮਰਵਾ, ਜੇ ਤੇਰੀਆਂ ਬਾਹਾਂ ਵਿੱਚ ਤਾਕਤ ਹੈ ਤੇ ਤੂੰ ਮੇਰੇ ਨਾਲ 2 ਹੱਥ ਕਰਕੇ ਵੇਖ। ਉਸ ਸਰਦਾਰ ਚੜਤ ਸਿੰਘ ਦੇ ਘਰ ਪੁੱਤਰ ਦਾ ਜਨਮ ਹੋਇਆ ਮਹਾਂ ਸਿੰਘ, ਤੇ ਸਰਦਾਰ ਮਹਾਂ ਸਿੰਘ ਦੇ ਘਰ 2 ਨਵੰਬਰ 1780 ਨੂੰ ਹੋਣਹਾਰ ਬਾਲਕ ਦਾ ਜਨਮ ਹੋਇਆ, ਜਿਹਦਾ ਨਾਂ ਰੱਖਿਆ ਗਿਆ ਸੀ ਸਰਦਾਰ ਰਣਜੀਤ ਸਿੰਘ। 5 ਸਾਲ ਦੀ ਉਮਰ ਤੇ ਚੇਚਕ ਨੇ ਐਸਾ ਦਬਾਇਆ ਕਿ ਇੱਕ ਅੱਖ ਜਾਂਦੀ ਰਹੀ। ਲੋਕਾਂ ਦੇ ਮਨਾਂ ਵਿੱਚ ਸੀ ਕਿ ਇਹ ਬੱਚਾ ਜਿਹੜਾ ਇੰਨਾ ਕਮਜ਼ੋਰ ਹੈ, ਹੋ ਸਕਦਾ ਹੈ ਕਿ ਜਿੰਦਾ ਵੀ ਰਵੇ ਕਿ ਨਾ। ਪਰ ਹੋਣੀ ਹੱਸ ਕੇ ਕਹਿ ਰਹੀ ਸੀ, ਇਹ ਤੇ ਉਹ ਮਹਾਬਲੀ ਯੋਧਾ ਹੈ ਜਿਹਦੇ ਨਾਮ ਦੇ ਨਾਲ ਸ਼ੇਰੇ ਪੰਜਾਬ ਲੱਗਣਾ ਹੈ, ਜਿਸ ਨੇ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੇ ਨਾਮ ਦੇ ਸਿੱਕੇ ਚਲਾਣੇ ਨੇ। ਸਮਾਂ ਨਹੀਂ, ਮੈਂ ਸਿਰਫ ਚੰਦ ਕੁ ਗੱਲਾਂ ਆਪ ਜੀ ਨਾਲ ਸ਼ੇਰੇ ਪੰਜਾਬ ਦੇ ਸੰਬੰਧ ਵਿੱਚ ਸਾਂਝੀਆਂ ਕਰਨੀਆਂ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਸ਼ੇਰੇ ਪੰਜਾਬ ਦੇ ਪਿਤਾ ਚਲਾਣਾ ਕਰ ਗਏ ਸਰਦਾਰ ਮਹਾਂ ਸਿੰਘ, ਤੇ ਇਸ ਦੀ ਸੱਸ ਸਦਾ ਕੌਰ ਤੇ ਮਾਤਾ ਰਾਜ ਕੌਰ ਨੇ ਇਸ ਦੀ ਸੰਭਾਲ ਕੀਤੀ। ਕੁਝ ਸਮਾਂ ਤੇ ਇਹ ਡਿਸਕਰੇਜ ਹੋਇਆ, ਪਰ ਉਸ ਤੋਂ ਬਾਅਦ ਫਿਰ ਇਹ ਜਿਸ ਪਾਸੇ ਵੀ ਤੁਰਿਆ,
ਜਿੱਤ ਨੇ ਇਹਦੇ ਕਦਮ ਚੁੰਮੇ। ਲਾਹੌਰ ਦੀ ਧਰਤੀ ਤੇ 3 ਹਾਕਮ ਨੇ ਔਰ ਤਿੰਨਾਂ ਦੀ ਪ੍ਰਜਾ ਇੰਨੀ ਦੁਖੀ ਹੈ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਵੀ ਕਹਿੰਦੇ ਨੇ ਕਿ ਜਿਸ ਰਾਜ ਵਿੱਚ 2 ਰਾਜੇ ਹੋਣ ਨਾ, ਉਹ ਕਦੇ ਪ੍ਰਜਾ ਸੁਖੀ ਨਹੀਂ ਹੋ ਸਕਦੀ। ਤੇ ਜਿੱਥੇ 3 ਹਾਕਮ ਬਣੇ ਹੋਣ, ਉਹਨਾਂ ਨੇ ਪ੍ਰਜਾ ਨੇ ਬੇਨਤੀ ਕੀਤੀ ਮਹਾਰਾਜ ਰਣਜੀਤ ਸਿੰਘ ਨੂੰ ਕਿ ਤੂੰ ਆ ਕੇ ਇੱਥੇ ਰਾਜ ਪ੍ਰਬੰਧ ਸੰਭਾਲ। ਸਰਦਾਰ ਰਣਜੀਤ ਸਿੰਘ ਜਿਸ ਨੇ ਕਬਜ਼ਾ ਕੀਤਾ ਲਾਹੌਰ ਤੇ, ਔਰ ਜਿਸ ਦਿਨ ਸਰਦਾਰ ਰਣਜੀਤ ਸਿੰਘ ਨੂੰ ਰਾਜੇ ਦੀ ਬਣਾਉਣ ਦੀ ਗੱਲ ਕਹੀ ਤੇ ਉਸਨੇ ਇਨਕਾਰ ਕਰ ਦਿੱਤਾ। ਕਹਿਣ ਲੱਗਾ ਨਹੀਂ, ਮੈਂ ਕੇਵਲ ਸੇਵਕ ਹਾਂ। ਪਰ ਸਾਰਿਆਂ ਨੇ ਕਿਹਾ ਕਿ ਨਹੀਂ, ਰਾਜ ਪ੍ਰਬੰਧ ਚਲਾਉਣ ਵਾਸਤੇ ਇਹ ਜ਼ਰੂਰੀ ਹੈ। ਬਾਬਾ ਸਾਹਿਬ ਸਿੰਘ ਬੇਦੀ ਉਹਨਾਂ ਨੇ ਤਿਲਕ ਲਾਇਆ ਔਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਰਾਜ ਜਿਹੜਾ ਸੀ ਇਹ ਕਾਇਮ ਹੋਇਆ। ਗੁਰੂ ਸਵਾਰਿਓ, ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਸੰਬੰਧ ਵਿੱਚ ਉਂਝ ਤਾਂ ਕਈ ਘੰਟੇ ਬੋਲੀ ਜਾਈਏ ਤੇ ਸਮਾਂ ਥੋੜ੍ਹਾ ਹੈ, ਪਰ ਮੈਂ ਸਿਰਫ ਉਹਨਾਂ ਦਾ ਜੋ ਧਾਰਮਿਕ ਜੀਵਨ ਹੈ ਨਾ, ਉਹ ਤੁਹਾਡੇ ਨਾਲ ਸਾਂਝਾ ਕਰਾਂ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਰਾਜ ਗੱਦੀ ਤੇ ਬੈਠੇ ਤੇ ਉਸ ਤੋਂ ਬਾਅਦ ਕਹਿਣ ਲੱਗੇ ਕਿ ਹੁਣ ਕਰੰਸੀ ਕਿਹਦੇ ਨਾਂ ਤੇ ਚਲਾਈ ਜਾਏ। ਕਿਸੇ ਨੇ ਕਿਹਾ ਕਿ ਸਰਦਾਰ ਨੌਦ ਸਿੰਘ ਦੇ ਨਾਂ ਤੇ, ਕਿਸੇ ਨੇ ਕਿਹਾ ਸਰਦਾਰ ਚੜ੍ਹਤ ਸਿੰਘ ਦੇ ਨਾਂ ਤੇ, ਕਿਸੇ ਨੇ ਕਿਹਾ ਸ਼ੇਰੇ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ, ਕਹਿਣ ਲੱਗਾ ਇਹ ਰਾਜ ਕਿਹਦੇ ਕੋਲੋਂ ਮਿਲਿਆ, ਕਿਹਦੀ ਕਿਰਪਾ ਨਾਲ ਮਿਲਿਆ? ਕਹਿਣ ਲੱਗੇ ਗੁਰੂ ਨਾਨਕ ਦੀ ਕਿਰਪਾ ਨਾਲ। ਤੇ ਕਹਿਣ ਲੱਗਾ ਫਿਰ ਨਾਮ ਵੀ ਗੁਰੂ ਨਾਨਕ ਦਾ ਹੀ ਚੱਲੇਗਾ। ਫਿਰ ਸਿੱਕਾ ਵੀ ਗੁਰੂ ਨਾਨਕ ਦੇ ਨਾਮ ਦਾ ਚਲਾਇਆ ਔਰ ਉਸ ਜਿਹੜਾ ਸਿੱਕਾ ਸੀ ਉਹਦੇ ਉੱਤੇ ਲਿਖਿਆ ਗਿਆ, ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇੱਕ ਪਾਸੇ ਗੁਰੂ ਨਾਨਕ ਦੇ ਫੋਟੋ ਔਰ ਭਾਈ ਮਰਦਾਨਾ ਰਬਾਬ ਵਜਾ ਰਿਹਾ। ਇੱਥੇ ਹੀ ਬਸ ਨਹੀਂ, ਜਿਹੜੀ ਮੋਹਰ ਸੀ, ਮੋਹਰ ਦੇ ਉੱਤੇ ਵੀ ਗੁਰੂ ਨਾਨਕ ਦਾ ਨਾਮ, ਛੋਟੀ ਮੋਹਰ ਤੇ ਸ੍ਰੀ ਅਕਾਲ ਜੀ ਸਹਾਏ ਤੇ ਥੱਲੇ ਕੇਵਲ ਰਣਜੀਤ ਸਿੰਘ, ਮਹਾਰਾਜਾ ਨਹੀਂ। ਜੇ ਕਿਤੇ ਕੋਈ ਕਾਰੀਗਰ ਆਇਆ ਕਹਿਣ ਲੱਗਾ ਮੈਂ ਕੁਰਸੀ ਬਣਾਉਣੀ ਚਾਹੁੰਦਾ ਤੁਹਾਡੇ ਬੈਠਣ ਲਈ, ਤੇ ਸ਼ੇਰੇ ਪੰਜਾਬ ਨੇ ਕਿਹਾ ਸੀ, ਕਹਿਣ ਲੱਗਾ ਕੁਰਸੀ ਜ਼ਰੂਰ ਬਣਾ, ਪਰ ਐਸੀ ਕੁਰਸੀ ਬਣਾਈ ਕਿ ਮੈਂ ਕੁਰਸੀ ਦੇ ਉੱਪਰ ਬੈਠਾਂ ਤੇ ਉਹਦਾ ਮੂੰਹ ਗੁਰੂ ਰਾਮਦਾਸ ਦੇ ਘਰ ਵੱਲ ਹੋ ਜਾਏ। ਜਿਸ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਭ ਕੁਝ ਮਿਲਿਆ, ਉਸ ਪਾਸੇ ਕਿਤੇ ਕੰਡ ਨਾ ਹੋਵੇ, ਗੁਰੂ ਰਾਮਦਾਸ ਦੇ ਘਰ ਵੱਲ। ਜੇ ਕਿਤੇ ਕੋਈ ਆਇਆ ਤਸਵੀਰ ਬਣਾਉਣ ਵਾਲਾ ਤੇ ਉਸਨੇ ਕਿਹਾ ਮਹਾਰਾਜਾ ਸਾਹਿਬ ਮੈਂ ਤੁਹਾਡੀ ਤਸਵੀਰ ਬਣਾਉਣੀ ਚਾਹੁੰਦਾ, ਤੇ ਮਹਾਰਾਜੇ ਨੇ ਕਿਹਾ, ਕਹਿਣ ਲੱਗਾ ਤਸਵੀਰ ਬਣਾ, ਪਰ ਇਸ ਤਰ੍ਹਾਂ ਦੀ ਬਣਾ ਕਿ ਗੁਰੂ ਨਾਨਕ ਦੇ ਮਹਾਰਾਜ ਬੈਠੇ ਹੋਣ ਤੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਹੋਵਾਂ। ਕਹਿਣ ਲੱਗਾ ਤਸਵੀਰ ਤੇ ਬਣੇਗੀ ਪਰ ਤੁਹਾਡਾ ਚਿਹਰਾ ਨਹੀਂ ਦਿਸਣਾ। ਤੇ ਸ਼ੇਰੇ ਪੰਜਾਬ ਨੇ ਕਿਹਾ ਸੀ, ਮੈਂ ਚਾਹੁੰਦਾ ਮੇਰਾ ਚਿਹਰਾ ਅਲੋਪ ਹੋ ਜਾਏ, ਇੱਥੇ ਕੇਵਲ ਗੁਰੂ ਨਾਨਕ ਦਾ ਚਿਹਰਾ ਸਾਹਮਣੇ ਆਉਣਾ ਚਾਹੀਦਾ। ਇਹ ਹੈ ਧਾਰਮਿਕ ਜੀਵਨ ਔਰ ਪ੍ਰਜਾ ਦੇ ਨਾਲ ਕਿੰਨਾ ਕੁ ਪਿਆਰ ਹੈ। ਗੁਰੂ ਸਵਾਰਿਓ, ਇੰਨਾ ਗੁਰੂ ਰਾਮਦਾਸ ਦੇ ਘਰ ਨਾਲ ਪਿਆਰ ਕਿ ਜਦੋਂ ਇੱਕ ਪਾਸੇ ਰਾਮਗੜੀਆ ਮਿਸਲ ਤੇ ਭੰਗੀਆਂ ਦੀ ਮਿਸਲ ਇਹਨਾਂ ਦਾ ਅੰਮ੍ਰਿਤਸਰ ਤੇ ਕਬਜ਼ਾ, ਇਹਨਾਂ ਨੇ ਸੋਚਿਆ, ਵਿਚਾਰ ਕੀਤੀ ਕਿ ਸ਼ੇਰੇ ਮਹਾਰਾਜਾ ਰਣਜੀਤ ਸਿੰਘ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕੀਤਾ ਜਾਏ। ਪਤਾ ਲੱਗਾ ਤੇ ਮਹਾਰਾਜਾ ਰਣਜੀਤ ਸਿੰਘ ਫੌਜਾਂ ਲੈ ਕੇ ਆਪ ਚੜ੍ਹਾਈ ਕੀਤੀ, ਪਰ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਆਇਆ, ਇੱਥੇ ਆ ਕੇ ਅੱਖਾਂ ਭਰ ਲਈਆਂ। ਕਹਿਣ ਲੱਗਾ ਗੁਰੂ ਰਾਮਦਾਸ, ਇਹ ਕਿਹੋ ਜਿਹਾ ਸਮਾਂ ਮੇਰੇ ਵਾਸਤੇ ਆ ਗਿਆ, ਮੈਂ ਆਪਣੇ ਭਰਾਵਾਂ ਤੇ ਆਪ ਤੋਪਾਂ ਦੇ ਗੋਲੇ ਦਾਗਾਂਗਾ, ਮੈਂ ਗੁਰੂ ਰਾਮਦਾਸ ਦੇ ਉਸ ਨਗਰੀ ਵਾਲੇ ਪਾਸੇ ਗੋਲੇ ਕਿਵੇਂ ਦਾਗਾਂਗਾ? ਗੁਰੂ ਰਾਮਦਾਸ ਕੋਈ ਐਸੀ ਕਿਰਪਾ ਕਰੋ। ਤੇ ਕਹਿੰਦੇ ਨੇ ਉਸ ਵੇਲੇ ਨਾ
ਇਤਿਹਾਸ ਦੱਸਦਾ ਹੈ ਕਿ ਉਹ ਜਰਨੈਲ ਅਕਾਲੀ ਫੂਲਾ ਸਿੰਘ ਉਹ ਵਿੱਚ ਆ ਕੇ ਖੜ੍ਹੇ ਹੋ ਗਏ ਅਤੇ ਉਹਨਾਂ ਨੇ ਆ ਕੇ ਕਿਹਾ ਸੀ, ਕਹਿਣ ਲੱਗੇ ਕਿ ਤੁਸੀਂ ਤੋਪਾਂ ਦਾਗਣ ਵਾਸਤੇ ਇੱਕ ਦੂਜੇ 'ਤੇ ਤਿਆਰ ਹੋ ਪਏ, ਪਰ ਉਸ ਤੋਂ ਪਹਿਲਾਂ ਚੰਗਾ ਹੋਵੇ ਜੇ ਇੱਕ ਤੋਪ ਦਾ ਗੋਲਾ ਮੇਰੇ 'ਤੇ ਚਲਾਓ, ਮੈਂ ਇਹ ਵੇਖ ਨਹੀਂ ਸਕਦਾ। ਉਹਨਾਂ ਕਿਹਾ, ਮਹਾਰਾਜ ਫਿਰ ਤੁਸੀਂ ਦੱਸੋ ਕੀ ਕਰਨਾ। ਅਤੇ ਅਕਾਲੀ ਫੂਲਾ ਸਿੰਘ ਨੇ ਕਿਹਾ ਸੀ, ਕਹਿਣ ਲੱਗੇ ਕਿ ਅੰਮ੍ਰਿਤਸਰ ਦਾ ਕਬਜ਼ਾ ਤੁਹਾਨੂੰ ਦਿੱਤਾ ਅਤੇ ਮਿਸਲ ਰਾਮਗੜੀਆ ਅਤੇ ਭੰਗੀ ਇਹਨਾਂ ਨੂੰ ਜਗੀਰਾਂ ਦਿੱਤੀਆਂ ਜਾਣਗੀਆਂ। ਗੁਰੂ ਰਾਮਦਾਸ ਦੇ ਘਰ ਵਿੱਚ ਆ ਕੇ ਸ਼ੇਰੇ ਪੰਜਾਬ ਨੇ ਸ਼ੁਕਰਾਨਾ ਕੀਤਾ, ਸਰੋਵਰ ਵਿੱਚ ਇਸ਼ਨਾਨ ਕੀਤਾ, ਔਰ ਕਿਸੇ ਨੇ ਦੱਸ ਦਿੱਤਾ, ਕਹਿੰਦੇ ਨੇ ਕਿਸੇ ਨੇ ਦੱਸਿਆ ਸੀ ਸ਼ੇਰੇ ਪੰਜਾਬ ਨੂੰ, ਗਿਆਨੀ ਸੰਤ ਸਿੰਘ ਨੇ, ਵੇਖੋ ਐਸਾ ਰਾਜਾ ਹੋਣਾ ਚਾਹੀਦਾ ਜਿਹੜਾ ਪੁੱਛਦਾ ਆ ਕੇ ਕੋਈ ਦੁਖੀ ਤਾਂ ਨਹੀਂ। ਉਹਨਾਂ ਕਿਹਾ, ਜੀ ਗੁਰੂ ਰਾਮਦਾਸ ਦੇ ਘਰ ਦਾ ਕੀਰਤਨੀ ਆ, ਉਹ ਬੜੀ ਗਰੀਬੀ ਦੀ ਹਾਲਤ ਵਿੱਚ ਦਿਨ ਕੱਟੀ ਕਰ ਰਿਹਾ ਹੈ, ਤਵਾ ਵੀ ਕੋਈ ਨਹੀਂ ਰੋਟੀ ਬਣਾਉਣ ਵਾਸਤੇ, ਮਿੱਟੀ ਦੇ ਭਾਂਡਿਆਂ ਵਿੱਚ ਛਕਦੇ ਨੇ, ਅੱਖਾਂ ਭਰ ਰਹੀਆਂ। ਅਤੇ ਆਏ ਆ ਕੇ ਭਾਈ ਮਨਸਾ ਸਿੰਘ ਦੇ ਕੋਲ ਜਿਹੜੇ ਕੀਰਤਨੀਏ ਸਨ, ਕਹਿਣ ਲੱਗੇ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੋਲ੍ਹੋ। ਉਹਨਾਂ ਕਿਹਾ, ਕਿਉਂ? ਕਹਿਣ ਲੱਗੇ, ਮੈਂ ਤੁਹਾਡੇ ਮਿੱਟੀ ਦੇ ਭਾਂਡਿਆਂ ਨੂੰ ਸੋਨੇ ਵਿੱਚ ਬਦਲਣ ਆਇਆ। ਅਤੇ ਭਾਈ ਮਨਸਾ ਸਿੰਘ ਇਹਨੇ ਸਿਦਕੀ ਕਹਿਣ ਲੱਗੇ, ਜਿਸ ਗੁਰੂ ਰਾਮਦਾਸ ਦੇ ਘਰ ਦੀ ਮੈਂ ਚਾਕਰੀ ਕਰਨਾ, ਕਿ ਤੂੰ ਉਹਦੇ ਨਾਲੋਂ ਵੱਡਾ ਹੋ ਗਿਆ? ਤੂੰ ਉਹਦੇ ਨਾਲੋਂ ਵੱਡਾ ਹੈ? ਉਹਨਾਂ ਕਿਹਾ, ਕਦੇ ਵੀ ਨਹੀਂ। ਕਹਿਣ ਲੱਗੇ, ਫਿਰ ਜਿੱਧਰੋਂ ਆਇਆ ਨਾ ਉੱਧਰ ਵਾਪਸ ਚਲਾ ਜਾ, ਪਰ ਇੱਕ ਕੰਮ ਕਰ, ਗੁਰੂ ਰਾਮਦਾਸ ਦੇ ਘਰ ਅਰਦਾਸ ਕਰਕੇ ਜਾ ਕਿ ਗੁਰੂ ਰਾਮਦਾਸ ਕਿਰਪਾ ਕਰੀ, ਮਨਸਾ ਸਿੰਘ ਸਾਰੀ ਜ਼ਿੰਦਗੀ ਤੇਰੇ ਦਰ 'ਤੇ ਕੀਰਤਨ ਕਰਦਾ ਰਹੇ, ਕਿਸੇ ਹੋਰ ਦੀ ਝਾਕ ਨਾ ਰਹੇ। ਮੈਨੂੰ ਉਹ ਸ਼ੇਰੇ ਪੰਜਾਬ ਜਦੋਂ 27 ਜੂਨ 1839 ਦਾ ਸਮਾਂ ਆਇਆ, ਲਾਹੌਰ ਦੀ ਧਰਤੀ 'ਤੇ ਆਖਰੀ ਤਕਰੀਰ ਕੀਤੀ ਉਸਨੇ, ਔਰ ਉਹਨਾਂ ਨੇ ਇਹ ਬੋਲਦਿਆਂ ਇੱਕ ਗੱਲ ਕਹੀ, ਕਹਿ ਕੇ ਸਮਾਪਤੀ ਕਰਾਂ। ਕਹਿਣ ਲੱਗੇ, ਸੋਨੇ ਦੀ ਪਾਲਕੀ ਵਿੱਚ ਲਿਆਂਦਾ ਗਿਆ, ਇੰਨੇ ਬਿਮਾਰ ਸਨ, ਬੋਲਣ ਤੋਂ ਮਨ੍ਹਾ ਕੀਤਾ ਸੀ, ਅਤੇ ਸਾਰੇ ਦਰਬਾਰੀਆਂ ਨੂੰ ਇਕੱਠੇ ਬੁਲਾਇਆ, ਉੱਚੀ ਥਾਂ 'ਤੇ ਬੈਠ ਕੇ ਹੌਲੀ ਹੌਲੀ ਬੋਲਣਾ ਸ਼ੁਰੂ ਕੀਤਾ। ਕਹਿਣ ਲੱਗੇ, ਖਾਲਸਾ ਤੁਸਾਂ ਮੈਨੂੰ ਖੂਨ ਦਿੱਤਾ, ਅਤੇ ਮੈਂ ਤੁਹਾਡਾ ਇੱਕ ਇੱਕ ਖੂਨ ਦਾ ਕਤਰਾ ਜਿਹੜਾ ਉਹਨੂੰ ਅਜਾਈ ਨਹੀਂ ਜਾਣ ਦਿੱਤਾ। ਜਿੱਥੇ ਜਿੱਥੇ ਤੁਸਾਂ ਖੂਨ ਡੋਲਿਆ, ਮੈਂ ਉੱਥੇ ਗੁਰੂ ਗੋਬਿੰਦ ਸਿੰਘ ਦੇ ਨਿਸ਼ਾਨ ਚਲਾ ਦਿੱਤੇ, ਖਾਲਸਾ ਰਾਜ ਦੇ ਨਿਸ਼ਾਨ ਚਲਾਏ। ਕਹਿਣ ਲੱਗੇ, ਮੋਤੀ ਖਿਲਰੇ ਸਨ, ਮੈਂ ਇੱਕ ਇੱਕ ਕਰਕੇ ਇਕੱਠਾ ਕੀਤਾ ਔਰ ਮਾਲਾ ਬਣਾਈ, ਪਰ ਵੇਖਿਓ ਮੇਰੇ ਤੋਂ ਬਾਅਦ ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਵਿੱਚ ਇਹ ਮਾਲਾ ਨਾ ਦੇ ਦਿਓ, ਕਿਤੇ ਐਸਾ ਨਾ ਹੋਵੇ ਕਿ ਇੱਕ ਇੱਕ ਮਣਕਾ ਖਿਲਾਰ ਕੇ ਰੱਖ ਦੇਵੇ। ਅਤੇ ਗੁਰੂ ਸਵਾਰਿਓ, ਉਸ ਵੇਲੇ ਮਹਾਰਾਜਾ ਖੜਕ ਸਿੰਘ ਦੀ ਬਾਂਹ ਦਿੱਤੀ ਗਈ, ਧਿਆਨ ਸਿੰਘ ਡੋਗਰੇ ਉਹਨਾਂ ਦੇ ਹੱਥ 'ਚ, ਤੇ ਕਹਿਣ ਲੱਗੇ, ਅੱਜ ਤੋਂ ਬਾਅਦ ਇਹ ਰਾਜਾ ਹੈ। ਔਰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਦਾ ਦੀ ਨੀਂਦ ਸੌਂ ਗਿਆ, ਔਰ ਉਹ ਜਿਹੜਾ ਸਿੱਖ ਰਾਜ ਦਾ ਚਾਨਣ ਮਨਾਰਾ ਸੀ, ਉਹ ਸਦਾ ਵਾਸਤੇ ਦੀਵਾ ਜਿਹੜਾ ਸ਼ੇਰੇ ਪੰਜਾਬ ਦੇ ਜੀਵਨ ਦਾ ਬੁਝ ਗਿਆ। ਉਸ ਮਹਾਰਾਜੇ ਦੀ ਬਰਸੀ ਮਨਾਈ ਜਾ ਰਹੀ ਹੈ। ਗੁਰੂ ਸਵਾਰਿਓ, ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਰਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ, ਔਰ ਜੇ ਐਸੀ ਸੋਚ ਰੱਖ ਕੇ ਚੱਲਾਂਗੇ तो फिर ये आरजू मेरी रूप भर के 1000 फूल खिलाएगी, अगर बाग से इश्क है तो बहार भी आएगी। भुल्लां चुकां दी खिमा, कोटान कोट धन्नवाद। धन धन साहिब श्री गुरु ग्रंथ साहिब महाराज जी दा, आप गुरु सवारियां संगतां दा बहुत बहुत धन्नवाद।